ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੈਂ ਟੋਰਾਂਟੋ ਸਟੂਡੀਓ ਤੋਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਅੱਜ ਵਿਸ਼ੇਸ਼ ਮਹਿਮਾਨ ਨੇ ਡਾਕਟਰ ਸਲਮਾਨ ਨਾਜ਼ ਨੇ। ਡਾਕਟਰ ਨਾਜ਼ ਵੈਸੇ ਤਾਂ ਹਰ ਵਿਸ਼ੇ ਤੇ ਪਕੜ ਰੱਖਦੇ ਨੇ, ਖਾਸ ਕਰਕੇ ਮੈਂ ਜਦੋਂ ਗੱਲ ਕਰਦਾ ਹੁੰਨਾ ਧਾਰਮਿਕ ਵਿਸ਼ਿਆਂ ਦੀ ਤੇ ਸਿੱਖ ਧਰਮ ਦੇ ਬਹੁਤ ਸਾਰੇ ਉਲਝੇ ਮਸਲੇ ਜਿਹੜੇ ਹੁੰਦੇ ਆ, ਡਾਕਟਰ ਸਾਹਿਬ ਬਹੁਤ ਬਖੂਬੀ ਸਾਨੂੰ ਜਿਹੜੇ ਆ ਉਹ ਸਮਝਾ ਦਿੰਦੇ ਆ। ਪਰ ਨਾਲ ਦੀ ਨਾਲ ਉਹਨਾਂ ਦਾ ਸਾਰੀ ਜ਼ਿੰਦਗੀ ਜਿਹੜੀ ਆ ਉਹ ਇੱਕ ਤਰ੍ਹਾਂ ਦਾ ਸੰਘਰਸ਼ਮਈ ਜੀਵਨ ਜਿਹੜਾ ਉਹ ਰਿਹਾ ਤੇ ਉਹ ਹਮੇਸ਼ਾ ਹੀ ਐਕਟਿਵ ਰਹੇ ਆਪਣੀ ਲਾਈਫ 'ਚ ਔਰ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਹਾਂਜੀ ਬਹੁਤ ਮਿਹਨਤ ਨਾਲ ਬਹੁਤ ਆਪਣਾ ਮਕਾਮ ਬਣਾਇਆ। ਸੋ ਅੱਜ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਆ। 26 ਜਨਵਰੀ ਦਾ ਇੱਕ ਦਿਨ ਹੈ ਜਿਹਨੂੰ ਅਸੀਂ ਭਾਰਤੀ ਲੋਕ ਬੜਾ ਪਵਿੱਤਰ ਦਿਨ ਦੇ ਤੌਰ ਤੇ ਵੀ ਮੰਨਦੇ ਆ। ਇੱਕ ਤਰ੍ਹਾਂ ਨਾਲ ਭਾਰਤ ਦਾ ਲੋਕਤੰਤਰ ਉਹਦਾ ਮੁੱਢ ਰੱਖਿਆ ਗਿਆ ਸੀਗਾ। ਸੰਵਿਧਾਨ ਜਿਹੜਾ ਬਣਾਇਆ ਗਿਆ, ਕਿਹਾ ਜਾਂਦਾ ਹੈ ਕਿ ਬਾਬਾ ਸਾਹਿਬ ਅੰਬੇਦਕਰ ਦੀ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀਗੀ। ਮੈਂ ਅੱਗੇ ਜਾ ਕੇ ਸਵਾਲ ਪੁੱਛ ਰਿਹਾ ਡਾਕਟਰ ਸਾਹਿਬ ਨੂੰ ਕਿ ਉਹਨਾਂ ਕੋਲ ਕਿੰਨੀਆਂ ਤਾਕਤਾਂ ਸੀ ਕਿ ਉਹ ਖਾਲੀ ਲਿਖ ਕੇ ਅੱਗੇ ਭੇਜਦੇ ਸੀ। ਇਹ ਵੀ ਕਿਹਾ ਮੈਂ ਸੁਣਦਾ ਆਇਆ ਕਿ ਉਹ ਰਜਿੰਦਰ ਪ੍ਰਸਾਦ ਰਾਂ ਦੀ ਇੱਕ ਉੱਪਰ ਹੋਰ ਕਮੇਟੀ ਹੁੰਦੀ ਸੀ ਜਿਨ੍ਹਾਂ ਕੋਲੋਂ ਉਹਨਾਂ ਨੂੰ ਅਪਰੂਵਲ ਲੈਣੀ ਪੈਂਦੀ ਸੀ। ਪਰ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਨੂੰ ਜਦੋਂ ਬਣਾਇਆ ਉੱਤੇ ਖੂਬ ਮਿਹਨਤ ਕੀਤੀ ਗਈ। ਦੁਨੀਆ ਭਰ ਦੇ ਸੰਵਿਧਾਨ ਜਿਹੜੇ ਆ ਉਹਨਾਂ ਨੂੰ ਬਰੀਕੀ ਨਾਲ ਘੋਖਿਆ ਗਿਆ, ਵਾਚਿਆ ਗਿਆ ਤੇ ਉਹਨਾਂ ਸੰਵਿਧਾਨ ਦੇ ਵਿੱਚੋਂ ਚੰਗੀਆਂ ਗੱਲਾਂ ਲੈ ਕੇ ਸੰਵਿਧਾਨ ਜਿਹੜਾ ਬਣਾਇਆ ਗਿਆ। ਖਾਸ ਕਰਕੇ ਜਿਹੜੀ ਪ੍ਰਸਤਾਵਨਾ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਉਹ ਸੰਵਿਧਾਨ ਦੀ ਕਿਸੇ ਵੀ ਸੰਵਿਧਾਨ ਦੀ ਆਤਮਾ ਹੁੰਦੀ ਹੈ। ਤੇ ਜਿਹੜਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਸੀਗੀ ਇਹ ਅਮਰੀਕਾ ਦੇ ਸੰਵਿਧਾਨ ਤੋਂ ਪ੍ਰਭਾਵਿਤ ਹੋ ਕੇ ਸਾਡੇ ਜਿਹੜੇ ਰਚਨਹਾਰੇ ਸੀਗੇ ਆਪਣੇ ਸੰਵਿਧਾਨ ਦੇ ਉਹਨਾਂ ਨੇ ਬਣਾਈ ਸੀਗੀ। ਸੋ ਪ੍ਰਸਤਾਵਨਾ ਦੇ ਵਿੱਚ ਹੀ ਭਾਰਤ ਦੇ ਲੋਕਾਂ ਨੂੰ ਜਿਹੜੀ ਸ਼ਕਤੀ ਦਿੱਤੀ ਗਈ ਸੀ ਉਹ ਮੰਨੀ ਜਾਂਦੀ ਹੈ। ਕਿਉਂਕਿ ਜਦੋਂ ਸੰਵਿਧਾਨ ਬਣ ਰਿਹਾ ਸੀ ਉਹਨਾਂ ਦਿਨਾਂ 'ਚ ਵੀ ਮੈਂ ਡਾਕਟਰ ਸਾਹਿਬ ਨੂੰ ਜਾਣਾਂਗਾ ਉਹਨਾਂ ਕੋਲੋਂ ਕਿ ਇੱਕ ਵਿਅਕਤੀ ਨੇ ਕੇਸ ਪਾਇਆ ਸੀ ਕਿ ਜਿਹੜੇ ਲੋਕੇਰ ਸਿੰਘ ਦੇ ਨਾਂ ਦਾ ਸੀਗਾ, ਉਹਨੇ ਭਾਰਤ ਦੀ ਸਟੇਟ ਦੇ ਖਿਲਾਫ ਇੱਕ ਕੇਸ ਪਾ ਦਿੱਤਾ ਸੀ। ਮੈਂ ਵਿਕੀਪੀਡੀਆ ਤੋਂ ਵੇਖ ਕੇ ਗੱਲ ਕਰ ਰਿਹਾ ਸੀਗਾ ਕਿ ਇਹ ਜਿਹੜੇ ਸੰਵਿਧਾਨ ਬਣਾਉਣ ਵਾਲੇ ਲੋਕ ਹੈ ਕੋਈ ਚੁਣੇ ਹੋਏ ਨੁਮਾਇੰਦੇ ਨਹੀਂਗੇ ਤੇ ਇਸ ਕਰਕੇ ਇਹ ਸੰਵਿਧਾਨ ਜਿਹੜਾ ਵਾ ਇਹ ਠੀਕ ਨਹੀਂ ਗਾ। ਪਰ ਸੁਪਰੀਮ ਕੋਰਟ ਨੇ ਉਹਦੀ ਜਿਹੜੀ ਸੀ ਅਪੀਲ ਉਹਨੂੰ ਰੱਦ ਕਰ ਦਿੱਤਾ ਸੀਗਾ। ਸੋ ਉਹ ਜਿਹੜਾ ਸੰਵਿਧਾਨ ਦੀ ਪ੍ਰਸਤਾਵਨਾ ਆ, ਮੈਂ ਜੇ ਪੜ੍ਹ ਲਗਾ ਤੇ ਲੰਬਾ ਸਮਾਂ ਲੱਗੂਗਾ ਕਿਉਂਕਿ ਆਪਣੇ ਗੈਸਟ ਕੋਲੋਂ ਆਪਾਂ ਸਾਰੀਆਂ ਚੀਜ਼ਾਂ ਲੈਣੀਆਂ ਨੇ। ਉਹਦੇ ਵਿੱਚ ਜਿਹੜੀ ਖਾਸ ਗੱਲ ਸੀਗੀ ਉਹਦੇ ਵਿੱਚ ਸ਼ਬਦ ਜਿਹੜੇ ਵਰਤੇ ਗਏ, ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੁਤਵ ਸੰਪੰਨ ਸਮਾਜਵਾਦੀ, ਮੈਂ ਨੋਟ ਕਰਿਓ ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਲੋਕ ਰਾਜ ਬਣਾਉਣ ਲਈ ਉਹਦੇ ਕੁੱਲ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਵਿਸ਼ਵਾਸ, ਧਰਮ ਉਪਾਸਨਾ ਦੀ ਆਜ਼ਾਦੀ, ਪ੍ਰਤਿਸ਼ਠਾ ਅਤੇ ਮੌਕੇ ਦੀ ਸਮਾਨਤਾ ਪ੍ਰਾਪਤ ਕਰਨ ਲਈ ਮਤਲਬ ਇਹੋ ਜਿਹੇ ਸ਼ਬਦ ਚੁਣ ਕੇ ਪਾਏ ਗਏ ਕਿ ਮਨ ਨਿਸ਼ਾ ਜਾਂਦਾ ਹੈ ਕਿ ਭਾਰਤ ਦੇ ਲੋਕਾਂ ਨੂੰ ਇੰਨੀ ਵੱਡੀ ਆਜ਼ਾਦੀ ਤੇ ਇੰਨੀ ਇੱਜ਼ਤ ਦਿੱਤੀ ਗਈ ਸਾਡੇ ਸੰਵਿਧਾਨ ਵੱਲੋਂ। ਪਰ ਅਮਲ ਵਿੱਚ ਉਹ ਕੀ ਆ ਇਹ ਅਸੀਂ ਡਾਕਟਰ ਨਾਜ਼ ਨਾਲ ਕੋਲ ਜਾਣਾਂਗੇ। ਡਾਕਟਰ ਸਾਹਿਬ ਪਹਿਲਾਂ ਤਾਂ ਸੰਵਿਧਾਨ ਬਾਰੇ ਬੇਸਿਕ ਕਿ ਸੰਵਿਧਾਨ ਕਿਵੇਂ ਬਣਿਆ, ਸੰਵਿਧਾਨ ਦਾ ਮਤਲਬ ਕੀ ਹੁੰਦਾ ਹੈ, ਸੰਵਿਧਾਨ ਬਣਾਇਆ ਕਿਉਂ ਜਾਂਦਾ ਹੈ ਤੇ ਭਾਰਤ ਦਾ ਜਿਹੜਾ ਸੰਵਿਧਾਨ ਆ ਇਹਨੂੰ ਇੱਕ ਬੜਾ ਦੁਨੀਆ ਦਾ ਵਧੀਆ ਸੰਵਿਧਾਨ ਮੰਨਿਆ ਗਿਆ ਕਿਉਂਕਿ ਬ੍ਰਿਟਿਸ਼ ਵਗੈਰਾ ਦਾ ਤਾਂ ਉੱਥੇ ਸੰਵਿਧਾਨ ਲਿਖਤੀ ਰੂਪ 'ਚ ਹੈ ਹੀ ਨਹੀਂ। ਉਹਨਾਂ ਦੀਆਂ ਪੁਰਾਣੀਆਂ ਪੁਰਾਤਨ ਰਵਾਇਤਾਂ 'ਚੋਂ ਅੱਗੇ ਚੱਲਦਾ ਆਉਂਦਾ। ਪਰ ਇਹਨਾਂ ਨੇ ਅੰਬੇਦਕਰ ਸਾਹਿਬ ਨੇ ਜਿਵੇਂ ਮੈਂ ਜ਼ਿਕਰ ਕੀਤਾ ਤੇ ਸੰਵਿਧਾਨ ਘੜਦੀ ਸਭਾ ਦੇ ਸਾਡੇ ਜਿਹੜੇ ਲੀਡਰ ਸਾਹਿਬਾਨ ਸੀ ਉਹਨਾਂ ਦੁਨੀਆ ਭਰ ਦੇ ਜਿੰਨੇ ਡੈਮੋਕ੍ਰੈਟਿਕ ਮੁਲਕ ਆ ਉਹਨਾਂ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਘੋਖ ਕੇ ਜਿਹੜੀਆਂ ਚੀਜ਼ਾਂ ਪਿਕ ਚੂਜ਼ ਕਰਕੇ ਟੌਪ ਦੀਆਂ ਨੂੰ ਲੱਗੀਆਂ ਕਿ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਦਾ ਮਿਲਣਾ ਚਾਹੀਦਾ ਉਹ ਲਈਆਂ। ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਦੱਸੋ ਕਿ ਕੀ ਵਾਕਈ ਸੰਵਿਧਾਨ ਬਣਾਉਣ ਵਾਲਿਆਂ ਨੇ ਇਮਾਨਦਾਰੀ ਨਾਲ ਭਾਰਤ ਦੇ ਲੋਕਾਂ ਨੂੰ ਉਹ ਤਾਕਤ ਦਿੱਤੀ? ਸਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਗੜਬੜ ਇਹ ਹੋ ਗਈ ਕਿ ਸਾਡਾ ਕੁਛ ਟੈਕਨੀਕਲੀ ਡਿਫੀਕਲਟੀ ਆ ਗਈ। ਹੁਣ ਸਾਨੂੰ ਇਹ ਅੱਧੇ ਕੁ ਘੰਟੇ 'ਚ ਹੀ ਪ੍ਰੀਸਾਈਜ਼ਲੀ ਦੱਸਣਾ ਪੈਣਾ ਜੀ। ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਆਜ਼ਾਦੀ ਦੀ, ਆਜ਼ਾਦ ਹੋਣ ਤੋਂ ਬਾਅਦ ਇੱਕ ਮੁਲਕ ਉਨਾ ਚਿਰ ਇੱਕ ਆਪਣੇ ਪੈਰਾਂ 'ਤੇ ਖੜਾ ਨਹੀਂ ਹੁੰਦਾ ਜਿੰਨਾ ਚਿਰ ਉਹਦਾ ਸੰਵਿਧਾਨ ਨਹੀਂ ਬਣਦਾ। ਤੇ ਬਾਬਾ ਅੰਬੇਦਕਰ ਜੀ ਨੇ ਇੱਕ ਕਮੇਟੀ ਬਣਾਈ ਜਿਹਦੇ 'ਚ ਜ਼ਿਆਦਾ ਬ੍ਰਿਟਿਸ਼ ਲੋਕ ਹੀ ਸ਼ਾਮਲ ਸੀ ਤੇ ਉਹਨਾਂ ਨੇ ਬੈਠ ਕੇ ਇਹ ਸੰਵਿਧਾਨ ਜਿਹੜਾ ਸੀ ਇਹਨੂੰ ਕੰਪਾਈਲ ਕੀਤਾ, ਜਿਹਦੇ ਵਿੱਚ ਜਿੱਦਾਂ ਤੁਸੀਂ ਹੁਣੇ ਹੀ ਦੱਸਿਆ ਮੋਟੇ ਸ਼ਬਦ ਸੀਗੇ, ਬੇਸ਼ੱਕ ਉਹ ਸੰਸਕ੍ਰਿਤ ਦੇ ਮੋਟੀਆਂ ਜਿਹੀਆਂ ਗੱਲਾਂ ਇਹ ਸੀ ਕਿ ਇਸ ਸੰਵਿਧਾਨ 'ਚ ਇਹ ਧਰਮ ਰਹਿਤ
ਸਾਰੇ ਧਰਮਾਂ ਦਾ ਇੱਕ ਧਰਮ ਰਹਿਤ ਵੀ ਲਫ਼ਜ਼ ਜਿਹੜਾ ਇਹ ਸਹੀ ਨਹੀਂ ਲੱਗਦਾ, ਮਤਲਬ ਸਾਰੇ ਧਰਮਾਂ ਨੂੰ ਇਕਸਾਰਤਾ ਜਾਂ ਇਕਸੁਰਤਾ ਸੰਪੰਨਤਾ ਦਿੱਤੀ ਜਾਂਦੀ ਆ ਜਿਹੜੀ ਇਸ ਸੰਵਿਧਾਨ ਦੇ ਵਿੱਚ ਸੀ। ਦੂਜਾ ਇਹ ਕਿ ਇਸ ਸੰਵਿਧਾਨ ਦੀ ਵੱਡੀ ਇੱਕ ਹੋਰ ਧਾਰਾ ਇਹ ਸੀ ਕਿ ਇਹ ਸੰਵਿਧਾਨ, ਕੋਈ ਵੀ ਸੰਵਿਧਾਨ ਕਿਸੇ ਵੀ ਮੁਲਕ ਦਾ, ਜਿੰਨਾ ਚਿਰ ਆਪਣੇ ਲੋਕਾਂ ਨੂੰ ਬਾਹਰ ਦੇ ਹਮਲੇ ਜਾਂ ਬਾਹਰ ਦੇ ਆਕਰਸ਼ਣ ਤੋਂ ਨਹੀਂ ਬਚਾਉਂਦਾ ਤੇ ਆਪਣੇ ਲੋਕਾਂ ਦੀ ਆਜ਼ਾਦੀ ਨੂੰ ਕਾਇਮ ਨਹੀਂ ਰੱਖਦਾ, ਉਹਨਾਂ ਦੀ ਸੁਤੰਤਰਤਾ, ਉਹਨਾਂ ਦਾ ਸਮਾਜਿਕ ਉਹਨਾਂ ਦੀ ਸਥਿਤੀ ਕੀ ਆ ਤੇ ਉਹਨਾਂ ਨੂੰ ਉਹ ਸਾਧਨ ਨਹੀਂ ਮੁਹੱਈਆ ਕਰਦਾ ਜਿਹਦੇ ਨਾਲ ਉਹ ਰੋਟੀ ਰੱਜ ਕੇ ਖਾ ਸਕਣ, ਉਹ ਕੰਮ ਉਹ ਸੰਵਿਧਾਨ 'ਚ ਹੁੰਦਾ। ਤੇ ਇਹ ਸੰਵਿਧਾਨ ਦੀਆਂ ਵੱਡੀਆਂ ਸੰਪੂਰਨ ਇਹ ਧਾਰਾਵਾਂ ਸੀ। ਪਰ ਮੈਂ ਇਹ ਦੇਖਦਾ ਹਾਂ ਕਿ ਜਦੋਂ ਇਹ 26 ਜਨਵਰੀ ਦਾ ਖਾਸ ਕਰਕੇ ਲਫ਼ਜ਼ ਜਿਹੜਾ ਹੈ 1929 ਦੇ ਵਿੱਚ ਸੰਪੂਰਨ ਸੁਤੰਤਰਤਾ ਦਾ ਐਲਾਨ ਕੀਤਾ ਗਿਆ ਸੀ, ਉਹ 26 ਜਨਵਰੀ ਨੂੰ ਕੀਤਾ ਗਿਆ ਸੀ। ਇਸ ਲਈ ਅਸੀਂ ਇਹ 26 ਜਨਵਰੀ ਮੁਕਰਰ ਕਰ ਲਿਆ ਕਿ ਸੰਵਿਧਾਨ ਜਿਹੜਾ ਸਾਡਾ ਇੱਦਣ ਲਾਗੂ ਹੋਊਗਾ। ਸੋ 1950 ਦੇ ਵਿੱਚ 49 ਦੇ ਵਿੱਚ ਲਿਖਿਆ ਗਿਆ ਤੇ ਇਸ ਪੂਰੇ ਦਾ ਪੂਰਾ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ। ਹਾਲਾਂਕਿ ਮੈਂ ਇਹ ਮਹਿਸੂਸ ਕਰਦਾ ਕਿ ਕਿਸੇ ਵੀ ਕੌਮ ਦਾ, ਨਵੀਂ ਕੌਮ ਜਿਹੜੀ ਉਹਦੀ ਜੰਮਦੀ ਆ, ਉਹਦਾ ਇਸ ਪਰਫੈਕਸ਼ਨ ਜਾਂ ਸੰਪੂਰਨਤਾ 'ਤੇ ਆਉਣ ਲਈ ਕਈ ਸਾਲ, ਕਈ ਸਦੀਆਂ ਲੱਗ ਜਾਂਦੀਆਂ। ਅਤੇ ਅਸੀਂ ਆਮ ਤੌਰ 'ਤੇ ਜਦੋਂ ਕਿਸੇ ਵਕਤ ਵੀ ਅਸੀਂ ਹਮੇਸ਼ਾ ਹਰ ਸਾਲ ਹੀ ਆਜ਼ਾਦੀ ਦਿਵਸ 'ਤੇ ਆਪਣਾ ਜਿਹੜਾ 26 ਜਨਵਰੀ ਵਾਲਾ ਦਿਨ ਮਨਾਉਂਦੇ ਹਾਂ ਅਤੇ ਅਸੀਂ ਇਹ ਕਹਿੰਦੇ ਕਿ ਸਾਨੂੰ ਜੀ ਟਾਈਮ ਚਾਹੀਦਾ। ਟਾਈਮ ਤਾਂ ਹੁਣ 75ਵਾਂ ਐਤਕੀ ਕੱਲ੍ਹ ਨੂੰ ਅਸੀਂ ਉਹ ਬਣਾ ਰਹੇ ਹਾਂ ਅਤੇ ਹੋਰ ਕਿੰਨੀਆਂ ਕੁ ਸਾਲ ਲੱਗਣੇ ਆ ਕਿ ਸੰਪੂਰਨਤਾ ਜਿਹੜੀ ਆ ਉਹ ਸਾਡੇ ਵਿੱਚ ਕੰਪਲੀਟ ਹੋਵੇ। ਹੁਣ ਹਮੇਸ਼ਾ ਹਰ ਪਾਰਟੀ ਜਦੋਂ ਉਹ ਸੱਤਾ ਵਿੱਚ ਆਉਂਦੀ ਤਾਂ ਉਹ ਆਪਣੇ ਜਿੰਨੇ ਪਾਰਟੀ ਪ੍ਰੋਗਰਾਮ ਹੈ, ਲੋਕਾਂ ਦੇ ਪ੍ਰੋਗਰਾਮ ਨਹੀਂ, ਆਪਣੀ ਪਾਰਟੀ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਲੇਪ ਜਾਂ ਉਹਨਾਂ ਦੀਆਂ ਪੱਟੀਆਂ ਲੋਕਾਂ ਦੇ ਅੱਖਾਂ ਉੱਤੇ ਬੰਨ੍ਹ ਕੇ ਉਹਨਾਂ ਨੂੰ ਸਿੱਧਾ ਉਸ ਪਾਸੇ ਵੱਲ ਲੈ ਕੇ ਤੁਰ ਪਏ ਨੇ ਕਿ ਸਾਡੀ ਗੱਦੀ ਜਿਹੜੀ ਉਹ ਬਣੀ ਰਹੇ। ਔਰ ਕਾਂਗਰਸ ਤੋਂ ਲੈ ਕੇ ਹੁਣ ਤੇ ਮੈਂ ਇਹੋ ਹੀ ਵੇਖਦਾ ਆਇਆ ਕਿ ਇਹੋ ਕੁਛ ਹੀ ਹੁੰਦਾ ਰਿਹਾ ਔਰ ਹੁੰਦਾ ਰਹੇਗਾ ਜਦ ਤੱਕ ਇਹ ਲੋਕ ਇਸ ਗੱਲ ਦੇ ਉੱਤੇ ਪੂਰੀ ਤਰ੍ਹਾਂ ਕੰਪਲੀਟ ਤੌਰ 'ਤੇ ਨਹੀਂ ਆਉਂਦੇ ਕਿ ਸਾਡੇ ਸਾਹਮਣੇ ਆਪਣੀ ਕੁਰਸੀ ਜਾਂ ਆਪਣੀ ਪਾਰਟੀ ਦਾ ਰਾਜ ਨਹੀਂ ਪਰ ਲੋਕ ਰਾਜ ਆ, ਉਹਨੂੰ ਲੋਕ ਰਾਜ ਕਹਾਂਗੇ। ਜਿੰਨਾ ਚਿਰ ਉਹ ਲੋਕ ਰਾਜ ਨਹੀਂ ਬਣਦਾ ਉਹਨਾਂ ਚਿਰ ਮੈਂ ਅਜੇ ਕੱਲ੍ਹ ਮੈਂ ਇੱਕ ਕੋਟੇਸ਼ਨ ਪਾਈ ਫੇਸਬੁੱਕ 'ਤੇ, ਜਿਹੜਾ ਮੈਂ ਪੰਜਾਬੀ 'ਚ ਅਰਥ ਇਸ ਤਰ੍ਹਾਂ ਸੀ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂ ਕਿ ਸਿਆਸੀ ਜ਼ੰਜੀਰਾਂ ਦੇ ਟੁੱਟ ਜਾਣ ਦਾ ਅਰਥ ਇਹ ਨਹੀਂ ਹੁੰਦਾ ਕਿ ਇੱਕ ਮੁਲਕ ਆਜ਼ਾਦ ਹੋ ਗਿਆ। ਬੜੀ ਗਹਿਰੀ ਗੱਲ ਹੈ, ਸੋਚਣ ਵਾਲੀ ਗੱਲ ਹੈ। ਹੋਇਆ ਹੁਣ 1947 ਤੋਂ ਲੈ ਕੇ 1950 ਦੇ ਵਿੱਚ ਸਾਡਾ ਸੰਪੂਰਨ ਸੰਵਿਧਾਨ ਵੀ ਲਾਗੂ ਹੋ ਗਿਆ ਅਤੇ ਅੱਜ ਜੇ ਮੈਂ ਦੇਖਾਂ ਤੇ ਹਾਲਾਤ ਇਹ ਆ ਜਿਹੜੇ 1947 ਤੋਂ ਵੀ ਪਹਿਲੋਂ ਸੀ। ਬਹੁਤ ਵਕਤ ਹੋਇਆ ਜਦੋਂ ਮੈਂ ਇਹ ਗੱਲ ਕਹੀ ਸੀ, ਮੈਂ ਕਿਹਾ ਯਾਰ ਤੁਸੀਂ ਇਹਨਾਂ ਨੂੰ ਇਹ ਪੁਰਾਣੇ ਨਾਅਰੇ ਜਿਹੜੇ ਛੱਡੋ ਕਿ ਹਿੰਦੁਸਤਾਨ ਭਾਰਤ ਜਿਹੜਾ ਸੀ ਸੋਨੇ ਦੀ ਚਿੜੀ ਹੁੰਦਾ ਸੀ, ਸੋਨੇ ਦੀ ਚਿੜੀ ਨੂੰ ਰਹਿਣ ਦਿਓ, ਇਹਨਾਂ ਨੂੰ ਆਟੇ ਦੀ ਚਿੜੀ ਬਣਾ ਕੇ ਦਿਓ ਤਾਂ ਕਿ ਰੋਟੀ ਖਾਣ ਲੱਗਣ। ਉਹ ਗੱਲ ਬਣੀ ਨਹੀਂ। ਹਾਲਤ ਇੱਥੋਂ ਤੱਕ ਅੱਜ ਦੇ 75ਵੀਂ ਸਮਝੋ ਇੱਕ ਐਸੀ ਸਦੀ ਆ, 25 ਸਾਲ ਦੇ ਬਾਅਦ 100ਵੀਂ ਸਦੀ ਹੋ ਜਾਏ, ਇੱਕ ਸਦੀ ਪੂਰੀ ਹੋ ਜਾਣੀ ਸਾਨੂੰ ਆਜ਼ਾਦ। ਹੈਰਾਨੀ ਇਸ ਗੱਲ ਦੇ ਉੱਤੇ ਆ ਕਿ ਅੱਜ ਵੀ ਹਾਲਾਤ ਜਿਹੜੇ ਆ ਇੱਕ ਸਧਾਰਨ ਬੰਦੇ ਦੇ ਉਹੀ ਆ ਜਿਹੜੇ 1947 ਤੋਂ ਵੀ ਭੈੜੇ ਸੀ। ਔਰ ਉਹ ਹਾਲਾਤ ਜਿਹੜੇ ਆ ਜੇ ਅਸੀਂ ਉਹਨਾਂ ਨੂੰ ਨਾ ਸੁਧਾਰਿਆ, ਜੇ ਉਹਨਾਂ ਨੂੰ ਨਾ ਸਮਝਿਆ ਤਾਂ ਹਿੰਦੁਸਤਾਨ ਲਈ ਬੜੇ ਘਾਤਕ ਸਾਬਤ ਹੋਣਗੇ। ਇਹ ਐਡਾ ਵੱਡਾ ਚੈਪਟਰ ਹੈ, ਮੇਰਾ ਖਿਆਲ ਆਪਾਂ ਜੇ ਇਹਨੂੰ ਦੁਬਾਰਾ ਵੀ ਬੇਫੇ ਕਰਾਂਗੇ ਇੱਕ ਦਿਨ ਦੁਬਾਰਾ ਵੀ। ਹਾਂਜੀ, ਮੈਂ ਇਹਦੇ 'ਤੇ ਬੜੀ ਮਿਹਨਤ ਕਰਕੇ ਤਿਆਰ ਕੀਤਾ ਸੀ ਪਰ ਅੱਜ ਆਪਾਂ ਕਰ ਨਹੀਂ ਸਕਦੇ। ਗਰੀਬੀ ਜਿਹੜੀ ਆ ਅੱਜ ਵੀ ਹਿੰਦੁਸਤਾਨ ਦੇ ਵਿੱਚ ਵਰਲਡ ਦੇ ਜਿਹੜੇ 118 ਮੁਲਕ ਗਰੀਬ ਆ ਉਹਨਾਂ ਦੇ ਵਿੱਚ ਹਿੰਦੁਸਤਾਨ ਦਾ 100ਵਾਂ ਦਰਜਾ। ਮੈਕਸੀਮਮ ਗਰੀਬ ਲੋਕ ਜਿਹੜੇ ਆ ਜਿਨ੍ਹਾਂ ਨੂੰ ਰੋਟੀ ਤੱਕ ਨਹੀਂ ਮਿਲਦੀ, 190% ਲੋਕ ਜਿਹੜੇ ਆ ਉਹ ਗਰੀਬੀ ਦੇ ਲੈਵਲ ਤੋਂ ਹੇਠਾਂ ਸਰਵਾਈਵ ਕਰ ਰਹੇ। 5 ਮਿਲੀਅਨ ਲੋਕ ਉਹ ਆ ਜਿਹੜੇ ਲੋਕ ਅੱਜ ਫਿਰ ਭੁੱਖੇ ਸੌਂਦੇ। ਹੁਣ ਇਹਨਾਂ ਚੀਜ਼ਾਂ ਦਾ
ਉਹ ਲੋਕ ਕਿੰਨੇ ਆ ਜਿਹੜੇ ਅੱਜ ਤੁਸੀਂ ਦੇਖਦੇ ਹੋ, ਤੁਹਾਡੇ ਵੀ ਸੌਰੀ ਦੇਖਣ 'ਚ ਆਉਂਦਾ ਤੇ ਮੇਰੇ ਵੀ ਦੇਖਣ 'ਚ ਆਉਂਦਾ ਕਿ ਅੱਜ ਇੱਕ ਤਾਂ ਸੀ ਨਾ, ਮਤਲਬ ਇੱਕ ਲੋਕ ਸਾਡੇ ਮੁਲਕਾਂ 'ਚ ਆਉਂਦੇ ਸੀਗੇ, ਹਮਲਾਵਰ ਆਉਂਦੇ ਸੀਗੇ। ਹੁਣ ਅਸੀਂ ਭੁੱਖੇ ਮਰਦੇ ਅਸੀਂ ਬਾਹਰਲੇ ਮੁਲਕਾਂ 'ਚ ਦੌੜ ਰਹੇ ਹਾਂ। ਸਾਡੇ ਸਟੂਡੈਂਟ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਬ੍ਰੇਨ ਵਾਸ਼ਿੰਗ, ਬ੍ਰੇਨ ਐਕਸਡਸ, ਉਹ ਆ ਜਿਹੜੇ ਉੱਥੋਂ ਬੇਕਾਰ ਹੋ ਕੇ ਉਹ ਕਹਿੰਦੇ ਕਿ ਅਸੀਂ MSc ਵੀ ਕਰਕੇ ਕੀ ਕਰਾਂਗੇ, ਮਾਸਟਰ ਲੱਗ ਜਾਣਗੇ ਵੱਧ ਤੋਂ ਵੱਧ। ਉਹ ਦੌੜੇ ਆ ਰਹੇ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਤੇ ਕੈਨੇਡਾ ਦੇ ਵਿੱਚ। ਕਿਉਂ ਦੌੜੇ ਆ ਰਹੇ? ਆਉਣ ਵਾਲੇ ਵਕਤ ਦੇ ਵਿੱਚ ਕੀ ਹੋਊਗਾ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਇੱਕ ਵੈਕਿਊਮ ਪੈਦਾ ਹੋ ਰਿਹਾ, ਉਹ ਇੰਟਲੈਕਚੁਅਲ ਲੋਕਾਂ ਦਾ ਜਿਹੜੇ ਉੱਥੋਂ ਭੁੱਖੇ ਦੌੜੇ ਆ ਰਹੇ, ਉਹਨਾਂ ਲਈ ਰੁਜ਼ਗਾਰ ਹੈ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਤੁਸੀਂ ਹੈਰਾਨ ਹੋ ਕੇ, ਮੈਂ ਗਰੀਬੀ ਦੀ ਗੱਲ ਕੀਤੀ, ਇਹ ਮੇਰੇ ਸਟੈਟਿਸਟਿਕਸ ਨਹੀਂ, ਇਹ ਵਰਲਡ ਉਹਨਾਂ ਲੋਕਾਂ ਦੇ ਵਰਲਡ ਆਰਗੇਨਾਈਜੇਸ਼ਨਸ ਜਿਹੜੀਆਂ ਭੁੱਖਮਰੀ ਦੇ ਉੱਤੇ ਕੰਮ ਕਰਦੀਆਂ, ਉਹਨਾਂ ਦੇ ਇਸ ਭੁੱਖਮਰੀ ਦੇ ਵਿੱਚ ਤੇ ਇਸ ਕੀ ਕਹਿਣਾ ਚਾਹੀਦਾ, ਜਦੋਂ ਰੋਟੀ ਨਹੀਂ ਸਾਨੂੰ ਮਿਲੀ ਤੇ ਉਹਦੇ ਵਿੱਚੋਂ ਕੀ ਸੋਸ਼ਲ ਚੀਜ਼ਾਂ ਕੀ ਪੈਦਾ ਹੋਣ, ਭੁੱਖ ਦੇ ਵਿੱਚੋਂ ਕੀ ਪੈਦਾ ਹੋਊਗਾ, ਕ੍ਰਾਈਮ ਪੈਦਾ ਹੋਊਗਾ। ਤੁਸੀਂ ਹੈਰਾਨ ਹੋ ਗਏ, ਅੱਜ ਹੀ ਮੈਂ ਪੜ੍ਹ ਰਿਹਾ ਸੀਗਾ ਹਰਜੀਤ ਜੀ ਕਿ ਕ੍ਰਾਈਮ ਇੱਦਾਂ ਕਿ ਟੀਨਏਜਰ ਪ੍ਰੋਸਟੀਟਿਊਸ਼ਨ ਜਿਹੜੀ ਹੈ ਨਾ, ਟੋਟਲ ਪ੍ਰੋਸਟੀਟਿਊਸ਼ਨ 33% 7 ਸਾਲ ਤੋਂ ਓਵਰ ਕੁੜੀਆਂ ਜਿਹੜੀਆਂ ਉਹ ਪੇਸ਼ਾ ਕਰਦੀਆਂ ਭੁੱਖਮਾਰੀ ਨਾਲ। ਕਿੱਥੇ ਇਹ ਸੋਸ਼ਲ ਆਸਪੈਕਟ ਜਿਹੜਾ। ਪਰ ਡਾਕਟਰ ਸਾਹਿਬ ਇੱਕ ਮਿੰਟ ਲਈ ਮੈਂ ਤੁਹਾਨੂੰ ਰੋਕ ਸਕਦਾ? ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਹਾਂ ਕਿ ਜਿਹੜੇ ਕੰਟਰੀ, ਐਡਵਾਂਸ ਕੰਟਰੀ ਨੇ ਜਿਨ੍ਹਾਂ ਨੂੰ ਅਸੀਂ ਅਮੀਰ ਕੰਟਰੀ ਕਹਿੰਦੇ ਆ, ਕੀ ਉੱਥੇ ਪ੍ਰੋਸੀਕਿਊਸ਼ਨ ਨਹੀਂ ਆ? ਉੱਥੇ ਵੀ ਹੈ। ਉਹ ਤਾਂ ਸਗੋਂ ਖੁੱਲੀ ਆਜ਼ਾਦੀ ਦਿੰਦੇ ਆ। ਆਪਣੀਆਂ ਇੱਥੇ ਜਿਹੜੀਆਂ ਹੁਣ ਆ ਕਲੱਬਾਂ ਨੇ ਜਿੱਥੇ ਲੋਕ ਜਾਂਦੇ ਆ, ਜਿੱਥੇ ਮੈਨੂੰ ਉਹਦਾ ਨਾਮ ਨਹੀਂ ਯਾਦ ਆਉਂਦਾ, ਕੀ ਉਹਨਾਂ ਕਲੱਬਾਂ ਨੂੰ ਕਹਿੰਦੇ ਆ, ਨਾਈਟ ਕਲੱਬਾਂ ਜਿਹੜੀਆਂ ਨੇ। ਹਾਂਜੀ ਨਿਊਡ ਕਲੱਬ, ਸਟ੍ਰਿਪ, ਹਾਂਜੀ ਨਿਊਡ ਕਲੱਬ ਜਿਹੜੀਆਂ ਨੇ। ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਤਾਂ ਇੱਥੇ ਜਿਹੜੀਆਂ ਚੀਜ਼ਾਂ ਆਜ਼ਾਦੀ ਲਈ ਲਾਇਸੈਂਸ ਜਾਂ ਉਹ ਤਾਂ ਲੋਕ ਕਰਦੇ ਆ, ਮੈਂ ਉਹਦੀ ਫੇਵਰ 'ਚ ਨਹੀਂ, ਪਰ ਇਹ ਨਹੀਂ ਹੈਗਾ ਕਿ ਹੁਣ ਯਮਾ ਦੇਵੀ ਦਾ ਸਭ ਤੋਂ ਵੱਡਾ ਮੰਦਿਰ ਸਾਊਥ ਦੇ ਵਿੱਚ, ਉੱਥੇ 2 ਸਾਲ ਦੇ ਵਿੱਚ 2 ਵਾਰੀ ਉੱਥੇ ਇੱਕ ਫੇਅਰ ਲੱਗਦਾ। ਕੁੜੀਆਂ ਜਿਹੜੀਆਂ ਗਰੀਬ ਲੋਕਾਂ ਦੀਆਂ 5 ਸਾਲ ਤੋਂ ਲਾ ਕੇ 7 ਸਾਲ ਤੱਕ ਉੱਥੇ 250-300 ਕੁੜੀਆਂ ਦੇ ਜਾਂਦੇ, ਉਹਨਾਂ ਨੇ ਕੁੜੀਆਂ ਦਾ ਚਾਰ ਪਾਉਣਾ। ਪਰ ਡਾਕਟਰ ਸਾਹਿਬ ਇਹਦਾ ਮੈਂ ਸਮਝਦਾ ਕਿ ਜਿਹੜੀਆਂ ਸਾਡੀਆਂ ਉੱਥੇ ਪੁਰਾਤਨ ਗੰਦੀਆਂ ਰਵਾਇਤਾਂ ਨੇ ਹਿੰਦੂਇਜ਼ਮ ਦੀਆਂ, ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ, ਉਹਨਾਂ ਦਾ ਸਾਡੇ ਸੰਵਿਧਾਨ ਨਾਲ ਸਿੱਧਾ ਸੰਬੰਧ ਨਹੀਂ ਆ। ਸੰਵਿਧਾਨ ਦੇ ਦਾਇਰੇ 'ਚੋਂ ਚੀਜ਼ਾਂ ਆਉਂਦੀਆਂ ਜ਼ਰੂਰ ਆ, ਕਿਉਂਕਿ ਉਹਨੂੰ ਲਾਗੂ ਨਹੀਂ ਕਰਦਾ ਕੋਈ ਮੁੜ ਕੇ। ਕਾਰਨ ਉੱਥੇ ਇਹ ਆ ਕਿ ਸੰਵਿਧਾਨ ਸਾਡਾ ਕੋਈ ਕਮੀ ਨਹੀਂ ਆ, ਸੰਵਿਧਾਨ ਨੂੰ ਲਾਗੂ ਕਰਨ ਵਾਲੇ ਲੋਕ ਜਿਹੜੇ ਆ, ਉਹਨਾਂ ਦੀ ਨੀਅਤ ਜਿਹੜੀ ਆ ਉਹ ਠੀਕ ਨਹੀਂ ਆ। ਮੈਂ ਤੁਹਾਨੂੰ ਇਹ ਨਹੀਂ ਗੱਲ ਕਹਿ ਰਿਹਾ ਕਿ ਸੰਵਿਧਾਨ 'ਚ ਕੋਈ ਕਮੀ, ਸਵਾਲ ਇਹ ਕਿ ਉਹਨਾਂ ਨੂੰ ਐਪਲੀਕੇਸ਼ਨ ਕਰਨ ਵਾਲੇ, ਉਹਨੂੰ ਲਾਗੂ ਕਰਨ ਵਾਲੇ ਕੌਣ ਹੈ? ਮਿਸਾਲ ਦੇ ਤੌਰ 'ਤੇ ਅੱਜ ਵੀ ਔਰਤਾਂ 'ਚ 75 ਸਾਲ ਦੀ ਆਜ਼ਾਦੀ ਦੇ ਵਿੱਚ ਅੱਜ ਵੀ ਮੰਦਰਾਂ ਵਿੱਚ ਜਿਹੜੀਆਂ ਔਰਤਾਂ 60 ਸਾਲ ਤੋਂ ਉੱਪਰ ਹੈ ਉਹ ਜਾ ਸਕਦੀਆਂ, ਦੂਜਿਆਂ ਨੂੰ ਆਉਣਾ ਮਨਾ ਕਿਉਂ ਹੁੰਦਾ? ਈਵਨ ਪ੍ਰੈਜ਼ੀਡੈਂਟ ਆਫ ਇੰਡੀਆ ਜਦੋਂ ਉਹ ਉੱਥੋਂ ਦੀ ਅਜਮੇਰ ਥਾਣੀ ਲੰਘਿਆ ਤਾਂ ਉਹਨੂੰ ਉਸ ਮੰਦਿਰ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ, ਹੇਠਾਂ ਹੀ ਉਹਦੇ ਕੋਲ ਸ਼ਰਧਾ ਭੇਂਟਾ ਲੈ ਲਈ। ਤਾਂ ਬਹਾਨਾ ਇਹ ਲਾਇਆ ਕਿਉਂਕਿ ਉਹਨਾਂ ਦੀ ਵਾਈਫ ਜਿਹੜੀ ਸੀ ਉਹ ਪੌੜੀਆਂ ਚੜ੍ਹ ਨਹੀਂ ਸਕਦੀ ਸੀ। ਜੀ ਮੇਰਾ ਮਤਲਬ ਕਹਿਣ ਦਾ ਹੈ ਕਿ ਅੱਜ ਹਿੰਦੁਸਤਾਨ ਜਿਹੜਾ ਅੱਜ 75ਵਾਂ ਬਣਾ ਰਿਹਾ, ਉਹਦੇ ਵਿੱਚ ਜਿਹੜੀਆਂ ਹਿਊਮਨ ਰਾਈਟਸ ਆ ਉਹ ਤਾਂ ਸੰਵਿਧਾਨ 'ਚ ਪੂਰੀਆਂ ਨਾ। ਜੇ ਉਹਨਾਂ ਹਿਊਮਨ ਰਾਈਟਸ ਦੇ ਉੱਤੇ ਇੱਕ ਕੌਮ ਪੂਰੀ ਖੜੀ ਨਹੀਂ ਹੁੰਦੀ, ਉਹ ਕਿਵੇਂ ਕੌਮ ਕਹਾ ਸਕਦੀ? ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਚਾਹੁੰਦਾ, ਇੱਕ ਬੜੀ ਪੁਰਾਣੀ। ਜਿੱਦਣ ਸਾਡਾ ਪਹਿਲਾ ਕੰਟੈਕਟ ਇਸਲਾਮ ਨਾਲ ਹੋਇਆ ਤਾਂ ਮੁਹੰਮਦ ਬਿਨ ਕਾਸਿਮ ਦੇ ਵਕਤ ਦੇ ਵਿੱਚ ਹੋਇਆ, ਉਹ 9ਵੀਂ ਸਦੀ ਦੇ ਵਿੱਚ ਹਿੰਦੁਸਤਾਨ 'ਤੇ ਹਮਲਾਵਰ ਹੋਇਆ ਸੀ। ਹਾਂਜੀ ਯਾਦ ਹੈ ਤੁਹਾਨੂੰ? ਜੀ ਬਿਲਕੁਲ। ਅੱਛਾ, ਉਸ ਵਕਤ ਹਿੰਦੁਸਤਾਨ ਸਾਰੇ ਦਾ ਸਾਰਾ ਇਸ ਗੱਲ ਦੇ ਵਿੱਚ ਲੱਗਾ ਹੋਇਆ ਸੀ ਕਿ ਆਚਾਰੀਆ ਸ਼ੰਕਰ ਆਚਾਰੀਆ ਜਿਹੜੇ ਭਗਤੀ ਮੂਵਮੈਂਟ ਦੇ ਫਾਊਂਡਰ ਸੀ, ਉਹ ਇਸ ਗੱਲ ਦੇ ਵਿੱਚ ਲੱਗੇ ਸੀ ਕਿ ਜਿਹੜੇ ਜੈਨ ਜਿਹੜੇ ਉੱਥੇ ਮੰਕਸ ਔਰ ਅਸੀਂ ਉਹਨਾਂ ਨੂੰ ਕਿਵੇਂ ਮਾਰਨਾ। 8000 ਮੰਕਸ ਔਰ ਉਹਨਾਂ ਦੇ ਬੱਚੇ ਜਿਹੜੇ ਸੀ ਉਹ 1 ਮਹੀਨੇ ਦੇ ਅੰਦਰ ਕਤਲ ਕਰ ਦਿੱਤੇ ਕੇਰਲਾ ਦੇ ਵਿੱਚ। ਇਸੇ ਤਰ੍ਹਾਂ ਆਂਧਰਾ ਪ੍ਰਾਂਤ ਦੇ ਵਿੱਚ ਤੇ ਹੇਠਲੇ ਹਿੱਸੇ ਦੇ ਵਿੱਚ ਜਿਹਨੂੰ ਅਸੀਂ ਮਧੁਰਾਈ ਕਹਿੰਦੇ, ਉਸ ਏਰੀਏ ਦੇ ਵਿੱਚ ਜਿਹੜੇ ਜੈਨੀ ਸੀ ਉਹ ਵੀ 8000 ਕਤਲ ਕਰ ਦਿੱਤੇ ਗਏ। ਤੇ ਜਿਹੜੇ ਲੋਕ ਅੱਜ ਕੱਲ੍ਹ ਭੱਜ ਕੇ ਉੱਥੋਂ ਵਿਚਾਰੇ ਬਚ ਕੇ ਮਤਲਬ ਉਹ ਪਹੁੰਚ ਗਏ ਹੈਗੇ ਜੰਗਲਾਂ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਆਦੀਵਾਸ ਕਹਿੰਦੇ ਆ, ਇਹ ਉਹੀ ਹਿੰਦੂ ਸੀ ਵਿਚਾਰੇ ਜੈਨ ਤਾਂ
ਬੋਧੀ ਜਿਨ੍ਹਾਂ ਨੂੰ ਅਸੀਂ ਧੱਕ ਕੇ ਉੱਥੇ ਕਰ, ਮਤਲਬ ਮੇਰਾ ਕਹਿਣ ਦਾ ਕਿ ਹਮਲਾ ਆਵਰ ਨੂੰ ਰੋਕਣ ਲਈ ਸਾਡੀ ਕੋਈ ਟੈਂਡੈਂਸੀ ਨਹੀਂ ਸੀ। ਅਸੀਂ ਇਸ 'ਚ ਲੱਗੇ ਸੀ ਕਿ ਆਪਣੇ ਲੋਕਾਂ ਨੂੰ ਜੰਗ ਦੇ ਲਿਹਾਜ਼ ਨਾਲ ਉਹਨਾਂ ਨੂੰ ਪਹਿਲੋਂ ਹਿੰਦੂਤਵਾਦ ਵਿੱਚ ਕਿਵੇਂ ਕਵਰ ਕਰਨਾ। ਹੁਣ ਵੀ ਹਿੰਦੁਸਤਾਨ ਦੇ ਵਿੱਚ ਉਹੀ ਹਾਲਤ ਬਣ ਰਹੀ ਹੈ ਜਿਹੜੀ ਉਸ ਵਕਤ 9ਵੀਂ ਸਦੀ ਦੇ ਵਿੱਚ ਬਣ ਰਹੀ ਸੀ। ਜੀ ਅੱਛਾ ਡਾਕਟਰ ਸਾਹਿਬ, ਆਪਾਂ ਖਾਲੀ ਧਰਮ ਵਾਲੇ ਪਾਸੇ ਨਾ ਜਾਈਏ। ਮੈਂ ਤੁਹਾਡੇ ਕੋਲ ਦੋ ਚਾਰ ਚੀਜ਼ਾਂ ਹੋਰ ਤਰ੍ਹਾਂ ਪੁੱਛਣਾ ਚਾਹੁੰਦਾ ਕਿਉਂਕਿ ਤੁਹਾਡਾ ਬੜਾ ਵਿਸ਼ਾਲ ਇਹਦੇ ਉੱਤੇ ਨੌਲੇਜ ਆ। ਇੱਕ ਤਾਂ ਮੈਂ ਇਹ ਕਹਿਣਾ ਜਾਣਨਾ ਚਾਹੁੰਦਾ ਕਿ ਸੰਵਿਧਾਨ ਦੇ ਪਹਿਲੀ ਜਿਹੜੀ ਪ੍ਰਸਤਾਵਨਾ ਉਹਦੇ 'ਚ ਸ਼ਬਦ ਆਉਂਦੇ ਆ ਕਿ ਭਾਰਤ ਦੇ ਲੋਕਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਜਿਹੜਾ ਉਹ ਦਿੱਤਾ ਜਾਊਗਾ। ਕੀ ਸਮਾਜਿਕ ਨਿਆਂ ਜਿਹੜਾ ਕੱਲਾ ਧਰਮ ਨਹੀਂ, ਜਿਹੜਾ ਸਾਡੇ ਜਾਤੀ ਵਾਲੀ ਪ੍ਰਥਾ ਆ, ਹਰੀਜਨ ਜਿਹਨੂੰ ਸ਼ਬਦ ਦੇ ਦਿੱਤਾ ਗਾਂਧੀ ਸਾਹਿਬ ਨੇ, ਜਿਹੜੇ ਲੋਕ ਮੈਲਾ ਢੋਂਦੇ ਆ, ਜਿਹੜੇ ਲੋਕ ਅੱਜ ਵੀ ਉਹ ਤਰਾਸਦੀ ਜਿਨ੍ਹਾਂ ਨੂੰ ਕਿ ਸਾਡੀ ਮਨੂ ਸਮ੍ਰਿਤੀ ਕਹਿੰਦੀ ਆ ਕਿ ਉਹ ਪੈਰਾਂ 'ਚੋਂ ਪੈਦਾ ਹੋਏ ਸੀਗੇ, ਉਹਨਾਂ ਨੂੰ ਕੀ ਸਮਾਜਿਕ ਨਿਆਂ ਮਿਲ ਗਿਆ? ਸਮਾਜ 'ਚ ਜਿਹੜੀ ਵੰਡ ਹੈ ਕੀ ਉਹ ਅਸੀਂ ਇੰਨੇ ਸਾਲਾਂ ਦੇ ਵਿੱਚ ਉਹ ਖੱਪਾ ਦੂਰ ਕਰ ਲਿਆ ਕਿ ਅਸੀਂ ਉਹਦੇ ਤੋਂ ਹੋਰ ਅੱਗੇ ਵਧੇ ਆ? ਇਸੇ ਤਰ੍ਹਾਂ ਹੀ ਆਰਥਿਕ ਨਿਆਂ ਦੀ ਗੱਲ ਆ, ਕੀ ਭਾਰਤ ਵਿੱਚ ਆਰਥਿਕ ਬਰਾਬਰੀ ਵਾਲੇ ਪਾਸੇ ਕੋਈ ਇੱਕ ਵੀ ਕਦਮ ਚੁੱਕਿਆ ਗਿਆ? ਤੇ ਤੀਜਾ ਹੈਗਾ ਰਾਜਨੀਤਿਕ ਆਜ਼ਾਦੀ। ਤੇ ਰਾਜਨੀਤੀ ਦੀ ਆਜ਼ਾਦੀ ਜਿੰਨਾ ਮਰਜ਼ੀ ਆਪਾਂ ਕਹਿ ਲਈਏ, ਜੇ ਕੋਈ ਬੰਦਾ ਰਾਜਨੀਤੀ 'ਚ ਹਿੱਸਾ ਲੈ ਹੀ ਨਹੀਂ ਸਕਦਾ, ਇੱਕ ਨਿੱਕੀ ਜੀ ਸਰਪੰਚੀ ਲੜਨ ਲਈ ਕਰੋੜਾਂ ਰੁਪਏ ਲੱਗ ਜਾਂਦੇ ਆ, ਤੇ ਇੱਕ ਵਿਅਕਤੀ ਲਈ ਇਹ ਸ਼ਬਦ ਬੜੇ ਵੱਡੇ ਵੱਡੇ ਭਾਰੇ ਭਾਰੇ ਸ਼ਬਦ ਉਹਨਾਂ ਦੇ ਕੀ ਅਰਥ ਰਹਿ ਜਾਂਦੇ ਆ? ਮੇਰਾ ਮਤਲਬ ਕਹਿਣ ਦਾ ਇਹੋ ਹੀ ਸੀ ਕਿ ਦੇਖੋ, ਦੋ ਤਾਕਤਾਂ ਸਭ ਤੋਂ ਵੱਡੀਆਂ ਹੁੰਦੀਆਂ ਸਾਰੀ ਦੁਨੀਆ 'ਚ, ਔਰ ਇਸ ਨੂੰ ਇਹ ਨਹੀਂ ਕਿ ਹਿੰਦੁਸਤਾਨ ਨੇ ਇਸਤੇਮਾਲ ਕੀਤਾ, ਇਹ ਕੈਥੋਲਿਕ ਚਰਚ ਨੇ ਵੀ ਇਸਤੇਮਾਲ ਕੀਤਾ, ਉਹਨਾਂ ਦੇ ਬਾਦਸ਼ਾਹਾਂ ਨੇ ਵੀ ਕੀਤਾ। ਧਰਮ ਨੂੰ ਹਾਈਜੈਕ ਕਰ ਲਿਆ ਜਾਂਦਾ, ਲੋਕਾਂ ਦੀਆਂ ਅੱਖਾਂ ਦੇ ਉੱਤੇ ਪੱਟੀਆਂ ਜਿਹੜੀਆਂ ਉਹ ਧਰਮੀ ਬਣਦਾ, ਔਰ ਉਹਦੇ ਨਾਲ ਕੀ ਹੁੰਦਾ ਉਹਨਾਂ ਇਹ ਆ ਕਿ ਲੋਕ ਇੰਨੇ ਇਗਨੋਰੈਂਟ ਹੁੰਦੇ ਆ ਕਿ ਉਹ ਧਰਮ ਦੇ ਨਾਂ 'ਤੇ ਜੋ ਉਹਨਾਂ ਨੂੰ ਨਾਅਰਾ ਦਿੱਤਾ ਗਿਆ, ਹੁਣ ਦੇਖੋ ਸ਼ਡਿਊਲ ਕਾਸਟ ਜਾਂ ਵੰਡ ਜਿਹੜੀ ਹੋਈ ਉਹਦੇ 'ਚ ਇੱਕ ਸ਼ਡਿਊਲ ਕਾਸਟ ਜਿਹੜਾ ਲੋ ਜਾਤੀ ਦਾ ਜਿਹੜਾ ਪੈਰਾਂ ਦੇ ਵਿੱਚ ਜੰਮਿਆ, ਉਹ ਧਰਮ ਤੋਂ ਬਗੈਰ ਸ਼ਰਮ, ਜਿਹੜਾ ਸ਼ਰਮਾ ਸ਼ਬਦ ਬਣਿਆ, ਉਹ ਸੱਚ ਉਹ ਪੰਡਤ ਸੀ ਜਿਹੜਾ ਸ਼ਰਮ ਕਰਾਉਂਦਾ। ਸ਼ਰਮ ਸਮਝਦੇ ਹੋ ਨਾ ਤੁਸੀਂ? ਜੀ ਜੀ ਬਲੀ ਮਿਹਨਤ। ਅੱਛਾ ਸ਼ਰਮ। ਅੱਛਾ ਵੈਸੇ ਆਚਾਰੀਆ ਰਜਨੀਸ਼ ਲਈ ਇਹਦੇ ਹੋਰ ਸ਼ਬਦ ਕਹਿੰਦੇ, ਅਸੀਂ ਦੂਜੇ ਪਾਸੇ ਨਾ ਚੱਲ ਜੀਏ ਕਿ ਸ਼ਰਮਾ ਸ਼ਬਦ ਸ਼ਰਵਣ ਤੋਂ ਬਣਿਆ, ਤੇ ਸ਼ਰਵਣ ਹੁੰਦੇ ਸੀਗੇ ਜਿਹੜੇ ਮੰਦਰਾਂ 'ਚ ਬਲੀ ਦਿਆ ਕਰਦੇ ਸੀਗੇ, ਉਹਨੂੰ ਇਸ ਤਰੀਕੇ ਨਾਲ ਵੀ ਲੈਂਦੇ ਆ। ਉਹਨਾਂ ਨੇ ਉਹੀ ਕਹਿਣਾ, ਪਰ ਮੈਂ ਉਹ ਗੱਲ ਕਰੂੰਗਾ ਜਿਹੜੀ ਮੇਰੇ ਕੋਲ ਰਿਸਰਚਸ ਦੇ ਵਿੱਚ ਹੈਗੀ। ਹਾਂਜੀ। ਅੱਛਾ, ਉਹ ਡਿਟਰਮਿਨ ਕਰਦਾ ਸੀ ਕਿ ਦੇਖ ਤੂੰ ਸ਼ੂਦਰ ਆ, ਤੂੰ ਸੱਜੇ ਪਾਸੇ ਜਾਣਾ ਕਿ ਖੱਬੇ ਪਾਸੇ, ਪੱਛਮ ਵੱਲ ਕਿ ਪੂਰਬ ਪਾਸੇ ਜਾਣਾ, ਤੂੰ ਕਿਹੜਾ ਸ਼ਰਮ, ਤੂੰ ਕਿਹੜੀ ਮਿਹਨਤ ਕਰ ਸਕਦਾ, ਉਹ ਉਸ ਸ਼ਰਮ ਕਰਨ ਵਾਲੇ ਸ਼ਰਮਾ ਨੇ ਉਹ ਡਿਟਰਮਿਨ ਕਰਨੀ ਸੀ। ਅੱਛਾ, ਹੁਣ ਮੇਰਾ ਮਤਲਬ ਕਹਿਣ ਦਾ ਕਿ ਜੇ ਹਿੰਦੁਸਤਾਨ, ਇੱਕ ਸ਼ਬਦ ਆਉਂਦਾ ਫਿਲਾਸਫੀ ਦੇ ਵਿੱਚ, ਇਹਨੂੰ ਕਹਿੰਦੇ ਰਸੀਡਿਵਿਜ਼ਮ। ਰਸੀਡਿਵਿਜ਼ਮ ਦਾ ਮਤਲਬ ਹੈ ਪਿੱਛੇ ਨੂੰ ਖੁਰੀ, ਪਿਛਾਂ ਨੂੰ ਮੁੜ ਜਾਣਾ। ਜੇ ਹਿੰਦੁਸਤਾਨ ਅੱਜ ਰਸੀਡਿਜ਼ਮ ਦੇ ਵਿੱਚ ਲੱਗਾ ਹੋਇਆ, ਤੇ ਇਹਦਾ ਮਤਲਬ ਹੈ ਕਿ ਉਹ ਸਿਆਸੀ ਤੌਰ 'ਤੇ ਉਸ ਲੈਵਲ 'ਤੇ ਹੀ ਪਹੁੰਚ ਜਾਏਗਾ ਜਿਹੜੀ ਜਦੋਂ ਮੁਲਕ 9ਵੀਂ ਸਦੀ ਦੇ ਵਿੱਚ ਮੁਹੰਮਦ ਬਿਨ ਕਾਸਮ ਵਰਗਿਆਂ ਨੇ ਆ ਕੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰ ਰਿਹਾ ਸੀ, ਤੇ ਸਿਚੁਏਸ਼ਨ ਐਸੀ ਬਣ ਰਹੀ ਕਿ ਹਿੰਦੁਸਤਾਨ ਆਪਣੇ ਟੋਟਿਆਂ ਦੇ ਵਿੱਚ ਵੰਡ ਹੋਣ ਲਈ ਤਿਆਰ ਹੋਇਆ ਜਾ ਰਿਹਾ। ਅੱਜ ਚਾਈਨਾ ਇਹ ਚਾਹੁੰਦਾ ਲੱਦਾਖ ਤੇ ਲੇਹ ਤੇ ਲਾਹੌਰ ਸਪੀਤੀ ਦੇ ਉੱਤੇ ਉਹਨੇ ਕਬਜ਼ਾ ਕੀਤਾ ਹੋਇਆ। ਆਉਣ ਵਾਲੇ ਵਕਤ ਦੇ ਵਿੱਚ ਹੋ ਸਕਦਾ ਉਹ ਹੋਰ ਵੀ ਐਡਵਾਂਸ ਕਰ ਸਕੇ। ਕੀ ਹਿੰਦੁਸਤਾਨ ਦੀ ਆਜ਼ਾਦੀ ਹਿੰਦੁਸਤਾਨ ਨੂੰ ਇਹ ਕਹਿੰਦੀ ਹੈ ਕਿ ਉਹ ਬਾਹਰਲੇ ਹਮਲੇ ਤੋਂ ਹਿੰਦੁਸਤਾਨ ਨੂੰ ਬਚਾਏ? ਯੈਸ ਇਟ ਡਸ। ਪਰ ਕੀ ਬਚਾ ਰਹੇ ਅਸੀਂ? ਨਹੀਂ ਬਚਾ ਰਹੇ। ਕੀ ਸਾਡੀ ਆਰਥਿਕਤਾ, ਸਾਨੂੰ ਗਰੀਬਾਂ ਦੇ ਨਾਲ ਜਿਹੜੀ ਸਾਡੀ ਲੜਾਈ ਅੱਜ, ਉਹ ਇਹ ਆ ਕਿ ਅਸੀਂ ਅੱਜ 182 ਮੀਟਰ ਲੰਮਾ ਸਰਦਾਰ ਵੱਲਭ ਭਾਈ ਪਟੇਲ ਦਾ ਬੁੱਤ ਲਾ ਕੇ ਉੱਤੇ 8,000 ਕਰੋੜ ਰੁਪਇਆ ਤੇ ਖਰਚ ਕਰ ਸਕਦੇ ਹਾਂ, ਪਰ ਗਰੀਬੀ ਲਈ ਅਸੀਂ ਕੁਝ ਨਹੀਂ ਕਰਨਾ ਸਕਦੇ। ਸਪੇਸ ਰਿਸਰਚ ਦੇ ਵਿੱਚ ਹਿੰਦੁਸਤਾਨ 300 ਕਰੋੜ ਰੁਪਇਆ ਰੋਜ਼ ਇੱਕ ਸਾਲ ਦੇ ਵਿੱਚ ਖਰਚ ਕਰਦਾ। ਕਾਹਦੇ ਲਈ ਸਪੇਸ 'ਚ ਕਰਦਾ? ਜੇ ਤੁਹਾਡੇ ਮੁਲਕ, ਮੈਂ ਸਪੇਸ ਦੇ ਖਿਲਾਫ ਨਹੀਂ ਹੈਗਾ, ਮੈਂ ਇਸ ਗੱਲ ਦੇ ਖਿਲਾਫ ਹੈ ਕਿ ਤੁਹਾਡੇ ਮੁਲਕ ਦੇ ਵਿੱਚ ਲੋਕ ਤਾਂ ਭੁੱਖੇ ਮਰਨ ਡਏ, ਤਾਂ ਤੁਸੀਂ ਸਪੇਸ ਦੇ ਵਿੱਚ ਰਿਸਰਚ ਕਰਦੇ, ਐਟਮ ਬੰਬ ਬਣਾਉਂਦੇ ਫਿਰਦੇ, ਤੇ ਸਾਡੇ ਜਿਹੜੇ ਪੱਛਮ ਦੇ ਲੋਕ, ਉਹਨਾਂ ਨੂੰ ਵੀ ਇਹਦੇ ਉੱਤੇ ਸਖਤੀ ਨਾਲ ਪਾਬੰਦੀ ਲਾਉਣਾ ਚਾਹੀਦੀ ਕਿ ਜਦੋਂ ਉਹਨਾਂ ਨੂੰ ਲੋਨ ਦਿੰਦੇ, ਗ੍ਰਾਂਟਾਂ ਦਿੰਦੇ, ਤਾਂ ਉਹਨਾਂ ਦੇ ਕਿ ਜੇ ਤੁਸੀਂ ਇਸ ਕਿਸਮ ਦੀਆਂ
ਇਹ ਚੀਜ਼ਾਂ ਬਣਾਈਆਂ ਤੇ ਅਸੀਂ ਤੁਹਾਡੇ ਤੋਂ ਇਹ ਵਿਡਰਾ ਕਰ ਲਾਂਗੇ, ਤੁਹਾਨੂੰ ਦੇਣ। ਅੱਛਾ ਡਾਕਟਰ ਸਾਹਿਬ, ਆਪਾਂ ਮੁੜ ਕੇ ਸੰਵਿਧਾਨ ਵੱਲ ਪਰਤੀਏ। ਉਹ ਤੇ ਉਹਨਾਂ ਦਾ ਸਿਸਟਮ ਹੈ ਨਾ, ਸੰਵਿਧਾਨ ਤੇ ਸਿਸਟਮ ਦੋ ਅਲੱਗ ਚੀਜ਼ਾਂ ਨੇ। ਆਪਾਂ ਸਿਸਟਮ ਵੱਲ ਨਾ ਜਾਈਏ। ਮੈਂ ਅੱਜ ਦੇ ਦਿਨ, ਕਿਉਂਕਿ 26 ਜਨਵਰੀ ਦਾ ਦਿਨ ਹੈ, ਮੈਂ ਸੰਵਿਧਾਨ ਬਾਰੇ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੱਧ ਤੋਂ ਵੱਧ। ਜਿਵੇਂ ਮੈਂ ਸ਼ੁਰੂ 'ਚ ਜ਼ਿਕਰ ਕੀਤਾ ਕਿ ਜਿਹੜੀ ਪ੍ਰਸਤਾਵਨਾ ਸੰਵਿਧਾਨ ਦੀ ਸੀਗੀ, ਉਹ ਜ਼ਿਆਦਾਤਰ ਪ੍ਰਭਾਵਿਤ ਸੀਗੇ ਆਪਣੇ ਅਮਰੀਕਾ ਦੇ ਸੰਵਿਧਾਨ ਤੋਂ। ਪਰ ਅਮਰੀਕਾ ਦਾ ਸੰਵਿਧਾਨ ਦੇ ਵਿੱਚ ਜਿਹੜਾ ਫੈਡਰਲਿਜ਼ਮ ਦਾ ਸਿਧਾਂਤ ਆ, ਉਹਨੂੰ ਅਪਣਾਇਆ ਗਿਆ ਤੇ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ ਕਿਹਾ ਕਿ ਜਿਹੜਾ ਅਮਰੀਕਾ ਦਾ ਫੈਡਰਲਿਜ਼ਮ ਹੈ, ਅਸੀਂ ਉਹ ਤੋਂ ਬਿਹਤਰ ਜਿਹੜਾ ਵਾ ਉਹ ਫੈਡਰਲਿਜ਼ਮ ਦੇ ਸਕਦੇ ਹਾਂ। ਉਹਦੇ ਲਈ 7ਵੀਂ ਸੂਚੀ ਉਹਨੂੰ ਕਿਹਾ ਜਾਂਦਾ ਜੀ, ਜਿਹਦੇ ਵਿੱਚ ਰਾਜਾਂ ਦੇ ਤੇ ਕੇਂਦਰ ਦੇ ਰਿਲੇਸ਼ਨ, ਕਿਹੜਾ ਕਾਨੂੰਨ ਕਿੰਨੇ ਬਣਾਉਣਾ। ਪਰ ਹੁਣ ਹੋ ਕੀ ਰਿਹਾ, ਹੁਣ ਕਿਸਾਨ ਅੰਦੋਲਨ ਲੜ ਕੇ ਹਟਿਆ, ਉਹ ਇੰਟਾਇਰਲੀ ਸਟੇਟ ਸਬਜੈਕਟ ਸੀਗਾ ਜਿਹਦੇ ਉੱਤੇ ਇਹਨਾਂ ਨੇ ਕਾਨੂੰਨ ਬਣਾਤੇ। ਇਦਾਂ ਹੌਲੀ ਹੌਲੀ ਕਰਕੇ ਜਿਹੜਾ ਤਾਕਤਾਂ ਨੇ ਉਹਦਾ ਕੇਂਦਰੀਕਰਨ ਕੀਤਾ ਗਿਆ। ਇਹ ਵਰਤਾਰਾ ਨਹਿਰੂ ਸਾਹਿਬ ਦੇ ਜਾਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਗਿਆ ਤੇ ਹੁਣ ਉਹ ਸਿਖਰ ਤੇ ਆ, ਤੇ ਉਹਦੇ ਪਿੱਛੇ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਆ। ਪਰ ਜਿਹੜੀਆਂ ਚੀਜ਼ਾਂ ਖਾਸ ਕਰਕੇ ਇਸ ਵੇਲੇ ਸਾਨੂੰ ਦੁੱਖ ਦੇ ਰਹੀਆਂ ਨੇ, ਇੱਕ ਤਾਂ ਹੈ ਕਿ ਜਿਹੜਾ ਕਿਹਾ ਜਾਂਦਾ ਸੀ ਕਿ ਭਾਰਤ ਦਾ ਸੰਵਿਧਾਨ ਸੈਕੂਲਰ ਹੈ, ਧਰਮ ਨਿਰਪੇਖ ਹੈ, ਉਹ ਕਿਤੇ ਖੰਭ ਲਾ ਕੇ ਉੱਡ ਗਈ। ਧਰਮ ਨਿਰਪੇਖਤਾ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਜਿਹਦਾ ਜ਼ਿਕਰ ਤੁਸੀਂ ਪਹਿਲਾਂ ਕਰ ਚੁੱਕੇ ਹੋ। ਸਮਾਜਿਕ ਬਰਾਬਰੀ ਦੀ ਕੋਈ ਗੱਲ ਨਹੀਂ। ਫੈਡਰਲਿਜ਼ਮ ਉੱਥੇ ਬਿਲਕੁਲ ਖਤਮ ਹੋ ਗਿਆ। ਕੇਂਦਰ ਜਿਹੜਾ ਵਾ, ਜਿਹਨੂੰ ਸੰਘਵਾਦ ਕਹਿੰਦੇ, ਉਹ ਨਹੀਂ ਰਿਹਾ। ਹੁਣ ਕੇਂਦਰੀ ਇੱਕ ਕਿਸਮ ਦਾ ਗਲਬਾ ਇੰਨਾ ਬਣ ਗਿਆ ਕਿ ਸਟੇਟਾਂ ਦੇ ਇਖਤਿਆਰ ਹੀ ਨਹੀਂ ਰਹੇ। ਇਹਨਾਂ ਬਾਰੇ ਤੁਸੀਂ ਕੁਝ ਸੰਖੇਪ 'ਚ ਕਹਿਣਾ ਚਾਹੋਗੇ ਚੀਜ਼ਾਂ ਬਾਰੇ? ਦੇਖੋ ਜੀ, ਜੇ ਅਸੀਂ ਇਹ ਮੰਨ ਕੇ ਚੱਲੀਏ ਕਿ ਅਸੀਂ ਅਮਰੀਕਾ ਦੀ ਨਕਲ ਕੀਤੀ, ਤਾਂ ਅਮਰੀਕਾ ਦੀ ਸਿਰਫ ਫੋਰਨ ਤੇ ਡਿਫੈਂਸ ਪਾਲਿਸੀ ਉਹ ਸੈਂਟਰ ਕੋਲ ਆ। ਬਾਕੀ ਹਰ ਸਟੇਟ ਨੂੰ ਇਹ ਹੱਕ ਹਾਸਲ ਆ ਕਿ ਉਹ ਜੋ ਫੈਸਲਾ ਕਰਨ, ਉਹਨਾਂ ਦੀ ਆਰਥਿਕਤਾ ਦੇ ਲਈ ਉਹ ਆਪਣਾ ਫੈਸਲਾ ਕਰ ਸਕਦੇ। ਹਿੰਦੁਸਤਾਨ ਦੇ ਵਿੱਚ ਪੋਜੀਸ਼ਨ ਇਹ ਡਿਫਰੈਂਟ ਹੈ ਕਿ ਹਰ ਚੀਜ਼, ਹਰ ਸੂਬੇ ਦੀ ਜਿਹੜੀ ਉਹ ਸੈਂਟਰ ਦੇ ਕੇਂਦਰਿਤ ਹੈ। ਸੈਂਟਰ ਨੂੰ ਪੁੱਛ ਕੇ ਕੀਤੀ ਜਾਏ ਔਰ ਉਹ ਤੋਂ ਬਗੈਰ ਜਿਹੜੀ ਹੋ ਨਹੀਂ ਸਕਦੀ। ਕਿੱਡੀ ਕੁ ਵੱਡੀ ਗੱਲ ਹੈ ਜੇ ਸੂਬਿਆਂ ਨੂੰ ਅਧਿਕਾਰ ਦਿੱਤਾ ਜਾਵੇ ਤੇ ਅੱਜ ਤੋਂ 10 ਗੁਣਾ ਹੋਰ ਪੈਦਾਵਾਰ ਉਹ ਕਰ ਸਕਦੇ। ਪਰ ਇਹਦੇ 'ਚ ਬੇਇਨਸਾਫੀ ਹੁੰਦੀ ਰਹੀ। ਹੁਣ ਤੁਹਾਡੇ ਸਾਹਮਣੇ ਇੱਕ ਡੇਢ ਸਾਲ ਦੇ ਵਿੱਚ ਜਿਹੜੀ ਹਾਲਤ ਕੀਤੀ ਹੈ ਖੇਤੀ ਦੇ ਲੋਕਾਂ ਦੀ, ਖੇਤੀ ਜ਼ਮੀਂਦਾਰਾਂ ਦੀ, ਉਹ ਤੁਹਾਡੇ ਸਾਹਮਣੇ ਉੱਭਰ ਕੇ ਆਈ ਕਿ ਜੇ ਉਹ ਕਰ ਵੀ ਦਿੱਤਾ ਸਮਝੌਤਾ, ਤਾਂ ਸਮਝੌਤਾ ਰੱਦ ਵੀ ਕੀਤਾ ਜਾ ਸਕਦਾ। ਕਿੱਡੀ ਕੁ ਗੱਲ ਹਾਂਜੀ। ਮੇਰਾ ਮਤਲਬ ਕਿ ਸੈਂਟਰ ਨੇ ਇਹ ਕੁਝ ਨਹੀਂ ਕਰਕੇ ਦਿਖਾਲਿਆ ਜਿਹੜਾ ਕਰਨਾ ਚਾਹੀਦਾ ਸੀ। ਤੇ ਇਹ ਸੰਵਿਧਾਨ ਅੱਜ ਵੀ ਸਾਡੇ ਲਈ ਇੱਦਾਂ, ਇਹਨੂੰ GB ਸ਼ਾਹ ਕਹਿੰਦਾ, ਜਾਰਜ ਬਰਨਾਰਡ ਸ਼ਾਹ ਕਹਿੰਦਾ ਕਿ ਇਸੇ ਨਾਲ ਐਪਲ ਕਾਰਟ, ਜਿਹੜਾ ਮਰਜੀ ਠੁੱਡਾ ਮਾਰ ਕੇ ਜਿੱਧਰਲੇ ਪਾਸੇ ਮਰਜੀ ਕਰ। ਪਰ ਡਾਕਟਰ ਸਾਹਿਬ, ਇੱਕ ਭਾਰਤੀ ਸੰਵਿਧਾਨ ਦੀ ਇੱਕ ਬੜੀ ਖੂਬੀ ਗਿਣੀ ਗਈ ਆ ਕਿ ਇਹ ਲਿਖਤੀ ਰੂਪ 'ਚ ਆ ਔਰ ਹਰ ਚੀਜ਼ ਇਹ 'ਚੋਂ ਤੁਸੀਂ ਪੜ੍ਹ ਕੇ ਕਲੀਅਰ ਕਰ ਸਕਦੇ ਹੋ ਵੀ ਕਿੱਥੇ ਕੀ ਆ, ਤੇ ਮਰਿਆਦਾ ਦੇ ਉੱਤੇ ਨਹੀਂ ਟਿਕਿਆ ਹੋਇਆ ਬ੍ਰਿਟਿਸ਼ ਵਾਂਗੂ। ਪਰ ਇਹਦੇ ਬਾਵਜੂਦ ਵੀ ਜੋ ਕੁਝ ਲਿਖਿਆ ਆ ਉਹਨੂੰ ਜਿੱਦਾਂ ਅਣਗੌਲਿਆਂ ਕਰਕੇ ਸੰਵਿਧਾਨ ਦੇ ਵਿੱਚ ਬਾਰ-ਬਾਰ ਸੋਧਾਂ ਹੋ ਗਏ, ਪਤਾ ਨਹੀਂ ਕਿੰਨੀਆਂ ਕੁ ਸੋਧਾਂ ਹੋ ਗਈਆਂ, ਤੇ ਉਸ ਤਰ੍ਹਾਂ ਦਾ ਸੰਵਿਧਾਨ ਇੱਕ ਤਾਂ ਰਬੜ ਦੀ ਗੁੜੀਆ ਬਣਾਤਾ ਕਿ ਜਿੱਧਰੋਂ ਮਰਜ਼ੀ ਕੰਨ ਮਰੋੜੋ, ਜੋ ਮਰਜ਼ੀ ਕਰੋ, ਉਹ ਤਾਕਤ ਆਪਣੇ ਕੋਲ ਰਹਿਣੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਔਰ ਦੂਜਾ ਜਿਹੜੀ ਤੁਸੀਂ ਕਹੀ ਹੈ ਨਾ ਸੈਕੰਡ ਟਾਈਮ ਇਹ ਗੱਲ ਕਿ ਇਹਨਾਂ ਦਾ ਕੋਈ ਸੰਵਿਧਾਨ ਨਹੀਂ ਅਮਰੀਕਾ ਦਾ, ਅਸਲ ਦੇ ਨਾ ਬ੍ਰਿਟਿਸ਼ ਲੋਕਾਂ ਦਾ ਅਸਲ ਦੇ ਵਿੱਚ ਜੋ ਕੁਛ ਵੀ ਸਾਡੇ ਕੋਲ ਅਮਰੀਕਾ 'ਚ ਹੈਗਾ, ਕੈਨੇਡਾ 'ਚ ਹੈਗਾ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਹੈਗਾ, ਅਸਲ ਦੇ ਵਿੱਚ ਉਹ ਡੈਮੋਕ੍ਰੈਟਿਕ ਸਿਸਟਮ ਜਿਹੜਾ ਤੇ ਹਿਊਮਨ ਰਾਈਟਸ ਉਹਦੇ ਫਾਊਂਡਰ ਜਾਂ ਦੇਣ ਵਾਲੇ ਉਹ ਬ੍ਰਿਟਿਸ਼। ਨਹੀਂ ਬਿਲਕੁਲ ਦੇਣ ਵਾਲੇ ਉਹੀ ਨੇ, ਪਰ ਉਹਨਾਂ ਦਾ ਜਿਹੜਾ ਪਰੰਪਰਾਵਾਂ ਤੇ ਚੱਲਣ ਵਾਲਾ ਸੰਵਿਧਾਨ ਹੈ ਲਿਖਤੀ ਰੂਪ 'ਚ ਨਹੀਂ ਹੈ ਨਾ, ਉਹਨਾਂ ਨੇ ਚੇਂਜ ਕਰ ਲਿਆ। ਹਾਂ ਅੱਛਾ ਡਾਕਟਰ ਸਾਹਿਬ, ਇੱਕ ਇਹਦੇ 'ਚ ਕਿਹਾ ਗਿਆ ਹੈ ਕਿ ਸੰਵਿਧਾਨ 'ਚ ਕਠੋਰ ਬੜਾ ਹੋਏਗਾ। ਕਠੋਰ ਦਾ ਮਤਲਬ ਲਿਆ ਗਿਆ ਸੀਗਾ ਕਿ ਰਾਜ ਤੇ ਕੇਂਦਰ ਦੋਨੇ ਮਿਲ ਕੇ ਹੀ ਕੋਈ ਤਬਦੀਲੀ ਲਿਆ ਸਕਣਗੇ, ਕੇਂਦਰ ਇਕੱਲਾ ਆਪਣੀ ਮਰਜ਼ੀ ਨਹੀਂ ਕਰ ਸਕੂਗਾ। ਮੈਂ ਬਾਰ-ਬਾਰ ਉੱਤੇ ਤੁਹਾਨੂੰ ਲਿਆ ਰਿਹਾ ਫੈਡਰਲਿਜ਼ਮ ਦੇ ਉੱਤੇ। ਔਰ ਦੂਜਾ ਇਹਦੇ ਵਿੱਚ ਜਿਹੜੀ ਹੈਗਾ ਨਿਆਂਪਾਲਿਕਾ ਬਾਰੇ, ਉਹਦੇ ਬੜਾ ਕਲੀਅਰ ਆ ਕਿ ਜਿਸ ਤਰ੍ਹਾਂ ਦਾ ਹੁਣ ਦਖਲਅੰਦਾਜ਼ੀ ਨਿਆਂਪਾਲਿਕਾ 'ਚ ਜਿਹੜੀਆਂ ਹੋਰ ਸੰਵਿਧਾਨਕ ਸੰਸਥਾਵਾਂ ਬਣੀਆਂ ਸੀਗੀਆਂ, ਖਾਸ ਕਰਕੇ ਜਿਹੜਾ ਮੋਦੀ ਵਾਲਾ ਹੀਰਾ ਆ, ਇਹਦੇ ਵਿੱਚ ਹੋ ਰਹੀਆਂ ਨੇ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਤੇ ਜਿਹੜੀ ਐਮਰਜੈਂਸੀ ਤੋਂ ਬਾਅਦ ਇੱਕਦਮ ਭਾਰਤ ਦੇ ਵਿੱਚ ਕੇਂਦਰ ਸਰਕਾਰ ਨੇ ਸਾਰੀਆਂ ਸ਼ਕਤੀਆਂ ਕੇਂਦਰੀਕਰਨ ਕਰ ਲੀਆਂ, ਉਹਦੇ ਤੇ ਕੀ ਕਹਿਣਾ ਚਾਹੋਗੇ? ਸਮਾਂ ਆਪਣੇ ਕੋਲ ਇੱਕ ਅੱਧੇ ਮਿੰਟ ਦਾ ਹੀ ਆ, ਆਪਾਂ ਦੁਬਾਰਾ ਇੱਥੇ ਗੱਲ ਕਰਾਂਗੇ, ਬੜਾ ਇੰਪੋਰਟੈਂਟ ਹੈ ਤੇ ਅੱਜ ਦੇ ਦਿਨ ਲਈ ਆਪਾਂ ਨੂੰ ਇਹੀ ਗੱਲ ਮੈਂ ਇਹ ਕਹੂੰਗਾ ਕਿ ਅਸਲ ਦੇ ਵਿੱਚ ਗੱਲ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ, ਮੇਰੇ ਅਜੇ ਵੀ ਦਿਮਾਗ 'ਚ ਆ ਰਹੀ ਕਿ ਇਹ ਰਬੜ ਦੀ ਗੁੜੀਆ ਵਾਂਗੂ ਜਿੱਧਰ ਨੂੰ ਮਰਜ਼ੀ ਨੱਕ ਮਰੋੜ ਕੇ ਕਰ ਲਓ। ਪਰ ਇੱਕ ਗੱਲ ਜਿਹੜੀ ਆ, ਉਹ ਹੁਣ ਆਪਣੇ ਕੋਲ ਵਕਤ ਥੋੜ੍ਹਾ, ਮੈਂ ਕਹਿਣਾ ਚਾਹੁੰਦਾ ਕਿ ਕੋਈ ਵੀ ਕੰਟਰੀ ਦੁਨੀਆ 'ਚ, ਕੋਈ ਵੀ ਮੁਲਕ
ਅੱਜ ਅਸੀਂ 302 ਮੁਲਕ ਮੰਨਦੇ, ਉਹਨਾਂ ਦੇ ਵਿੱਚੋਂ 298 ਐਸੇ ਆ ਜਿਹੜੇ ਐਕਸੈਪਟਡ ਆ, ਬਾਕੀ 5 ਕਜੇ ਹੈਗੇ ਜਿਹੜੇ ਐਕਸੈਪਟਡ ਨਹੀਂ। ਉਹਨਾਂ ਦੇ ਵਿੱਚੋਂ ਲੈ ਕੇ ਹੁਣ ਤੱਕ ਕੋਈ ਵੀ ਮੁਲਕ ਜਿਹੜਾ ਜਿੰਨਾ ਚਿਰ ਉਹ ਲੋਕਾਂ ਦੇ ਲਈ, ਲੋਕਾਂ ਵਾਸਤੇ ਨਹੀਂ ਜੀਂਦਾ, ਉਹਦਾ ਸੰਵਿਧਾਨ ਹੋਣਾ ਜਾਂ ਨਾ ਸੰਵਿਧਾਨ ਹੋਣਾ ਕੋਈ ਅਰਥ ਨਹੀਂ ਰੱਖਦਾ। ਤੇ ਨੈਸ਼ਨਲਿਜ਼ਮ ਜਿਹਦੀ ਵੱਲ ਨੂੰ ਅੱਜ ਪੁਲਾਂਘਾਂ ਪੁੱਟ ਕੇ ਹਿੰਦੁਸਤਾਨ ਤੁਰ ਰਿਹਾ, ਵਰਲਡ ਦਾ ਇਹ ਰੈਕੋਰਡ ਹੈ ਕਿ ਜਿਸ ਮੁਲਕ ਦੇ ਵਿੱਚ ਨੈਸ਼ਨਲਿਸਟ ਮੂਵਮੈਂਟ ਆਈ, ਉਹਨਾਂ ਨੇ ਉਸ ਮੁਲਕ ਨੂੰ ਬਰਬਾਦ ਕਰਕੇ ਰੱਖ ਜੀ। ਮੈਂ ਇਹ ਜਿਹੜੀ ਰਾਸ਼ਟਰਵਾਦੀ ਸੋਚ ਹੈ ਨਾ, ਇਹਦੇ ਤੇ ਗੱਲ ਜ਼ਰੂਰ ਕਰਨੀ ਚਾਹੁੰਦਾ ਸੀ, ਸਮਾਂ ਸਾਡੇ ਕੋਲ ਹੈ ਨਹੀਂ। ਰਾਸ਼ਟਰਵਾਦ ਦੇ ਨਾਂ ਤੇ ਜਿਸ ਤਰੀਕੇ ਨਾਲ ਲੋਕਾਂ ਦੇ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ ਆ, ਉਹ ਇੱਕ ਬੜਾ ਚਿੰਤਾ ਵਾਲਾ ਮੁੱਦਾ ਜ਼ਰੂਰ ਹੈ। ਅਗਲੇ ਹਫਤੇ ਕਰ ਲਾਂਗੇ ਇਹਦੇ ਤੇ ਗੱਲ ਸਾਹਿਬ। ਜੀ ਡਾਕਟਰ ਸਾਹਿਬ, ਆਪਾਂ ਦੁਬਾਰਾ ਇੱਥੇ ਗੱਲ ਕਰਾਂਗੇ ਕਿਸੇ ਦਿਨ, ਫਿਰ ਆਪਾਂ ਟਾਈਮ ਰੱਖ ਕੇ, ਔਰ ਸੰਵਿਧਾਨ ਦੇ ਉੱਤੇ ਆਪਾਂ ਪ੍ਰੋਪਰਲੀ ਤੁਹਾਡੇ ਕੋਲੋਂ ਸਾਰੀਆਂ ਚੀਜ਼ਾਂ ਜਾਣਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਾਫੀ ਸਾਰੀ ਯੂਜ਼ਫੁਲ ਇਨਫੋਰਮੇਸ਼ਨ ਦਿੱਤੀ ਆ। ਤੇ ਜਾਂਦੇ ਜਾਂਦੇ ਭਾਰਤੀ ਗਣਤੰਤਰ ਦੀ ਅੱਜ ਵਧਾਈ ਦੇਣਾ ਚਾਹੋਗੇ ਜਾਂ ਉਹਦੇ ਤੇ ਅਫਸੋਸ ਪ੍ਰਗਟ ਕਰਨਾ ਚਾਹੋਗੇ? ਤੁਸੀਂ ਦੇ ਰਹੇ ਹੋ ਵਧਾਈ, ਮੇਰੇ ਤੇ ਕਾਹ ਤੋਂ ਭਾਰ ਪਾਈ ਜਾ ਰਿਹਾ ਕਿ ਮੈਂ ਦਵਾਂ ਵਧਾਈ ਤੁਹਾਨੂੰ? ਮੈਂ ਤੇ ਭਾਰਤ ਦੇ ਲੋਕਾਂ ਨੂੰ ਇਸ ਸੰਵਿਧਾਨ ਤੋਂ ਪ੍ਰੇਰਨਾ ਲੈ ਕੇ ਇਹਦੇ ਵਿੱਚ ਸੰਵਿਧਾਨ ਤੋਂ ਉਹਨਾਂ ਦੀ ਪੁੱਛੋ ਜਿਹਨਾਂ ਵਿਚਾਰਿਆਂ 'ਚ 500 ਮਿਲੀਅਨ ਲੋਕ ਜਿਹੜੇ ਉਹ ਅੱਜ ਭੁੱਖੇ ਸੌਣੇ ਆ। ਜੀ ਮੈਂ ਇਹ ਚਾਹੁੰਦਾ ਕਿ ਜਿਹੜੇ ਚੇਤਨ ਲੋਕ ਨੇ, ਜਿਹੜੇ ਇਹਨਾਂ ਚੀਜ਼ਾਂ ਨੂੰ ਸਮਝਦੇ ਆ, ਉਹਨਾਂ ਦਾ ਇਹ ਇੱਕ ਫਰਜ਼ ਬਣ ਜਾਂਦਾ ਆ ਕਿ ਆਪਣੇ ਲੋਕਾਂ ਨੂੰ ਸੰਵਿਧਾਨ ਦੀਆਂ ਦਿੱਤੀਆਂ ਸ਼ਕਤੀਆਂ, ਅਧਿਕਾਰ ਉਹਨਾਂ ਨੂੰ ਉਹ ਤੋਂ ਜਾਣੂ ਕਰਾਉਣ। ਤੇ ਭਾਰਤੀ ਲੋਕ ਆਪਣੇ ਸੰਵਿਧਾਨ ਜਿਹੜੇ ਆ ਉਹ ਆਪਣੇ ਹਾਕਮਾਂ ਕੋਲੋਂ, ਜਿਸ ਤਰ੍ਹਾਂ ਹੁਣ ਕਿਸਾਨਾਂ ਨੇ ਕਰਕੇ ਦਿਖਾਇਆ, ਏਕੇ ਦੇ ਬਲ ਤੇ ਸੜਕਾਂ ਤੇ ਉਤਰ ਕੇ ਡੰਡੇ ਦੇ ਜ਼ੋਰ 'ਚ ਉਹਨਾਂ ਦੀ ਧੌਣ 'ਚ ਅੰਗੂਠਾ ਦੇ ਕੇ ਜਿਹੜੇ ਆਪਣੇ ਅਧਿਕਾਰ ਆ ਉਹ ਵਾਪਸ ਲੈਣ ਜਿਹੜੇ ਖੋਏ ਗਏ ਆ, ਤੇ ਤਾਂ ਹੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਜਾ ਸਕਦੀ ਆ। ਨਹੀਂ ਤਾਂ ਫਿਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਸੰਵਿਧਾਨ ਜਿਹੜਾ ਉਹ ਇੱਕ ਕਿਤਾਬ ਤੋਂ ਵੱਧ ਕੁਝ ਨਹੀਂ ਰਹੇਗਾ। ਵੈਰੀ ਟਰੂ, ਵੈਰੀ ਟਰੂ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਥੈਂਕ ਯੂ, ਥੈਂਕ ਯੂ।